ਨਾਰਨੌਲ ਦੇ ਵਿੱਚ ਕਿਸਾਨਾਂ ਦਾ ਧਰਨਾ ਜਾਰੀ ਹੈ। ਕਿਸਾਨਾਂ ਦੇ ਖਿਲਾਫ ਦਰਜ ਪਰਚੇ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਬੀਜੇਪੀ ਸਾਂਸਦ ਰਾਮਚੰਦਰ ਜਾਂਗੜਾ ਦੇ ਖਿਲਾਫ ਕੇਸ ਦਰਜ ਕਰਨ ਦੀ ਮੰਗ ਵੀ ਹੈ। ਕਿਸਾਨ ਆਗੂ ਰਾਕੇਸ਼ ਟਕੈਤ ਵੀ ਅੱਜ ਧਰਨੇ ਦੇ ਵਿੱਚ ਸ਼ਾਮਿਲ ਹੋਣਗੇ। ਸੋ ਕੱਲ ਕਿਸਾਨਾਂ ਨੇ ਬੀਜੇਪੀ ਸਾਂਸਦ ਰਾਮਚੰਦਰ ਜਾਂਗੜਾ ਦੇ ਕਾਫਲੇ ਦਾ ਘਿਰਾਓ ਕੀਤਾ ਸੀ ਤੇ ਪ੍ਰਦਰਸ਼ਨਕਾਰੀਆਂ ਤੇ ਲਾਠੀ ਡੰਡਿਆਂ ਦੇ ਨਾਲ ਸਾਂਸਦ ਦੀ ਗੱਡੀ ਤੇ ਹਮਲਾ ਕਰਨ ਦੇ ਇਲਜ਼ਾਮ ਲੱਗੇ ਸਨ। ਪੁਲਿਸ ਨੇ ਕਿਸਾਨਾਂ ਦੇ ਖਿਲਾਫ ਕੇਸ ਦਰਜ ਕੀਤਾ ਸੀ ਅਤੇ 2 ਕਿਸਾਨਾਂ ਨੂੰ ਹਿਰਾਸਤ ਦੇ ਵਿੱਚ ਵੀ ਲਿਆ ਸੀ। ਹਾਲਾਂਕਿ ਵਿਰੋਧ ਤੋਂ ਬਾਅਦ ਪੁਲਿਸ ਨੇ ਕਿਸਾਨਾਂ ਨੂੰ ਛੱਡ ਦਿੱਤਾ ਸੀ ਅਤੇ ਹੁਣ ਕਿਸਾਨਾਂ ਦੇ ਖਿਲਾਫ ਦਰਜ ਪਰਚੇ ਵੀ ਵਾਪਸ ਲੈਣ ਦੀ ਮੰਗ ਕੀਤੀ ਜਾ ਰਹੀ ਹੈ। ਸੋ ਜਿਸ ਤੋਂ ਬਾਅਦ ਅੱਜ ਰਾਕੇਸ਼ ਟਕੈਤ ਵੀ ਧਰਨੇ ਦੇ ਵਿੱਚ ਪਹੁੰਚਣਗੇ, ਜੋ ਜਾਣਕਾਰੀ ਸਾਹਮਣੇ ਆਈ ਹੈ। राकेश टकैत भी अज धरने आउणगे। उधर किसान आगू राकेश टकैत ने इल्जाम लगाया कि सरकार के हिमायतियां ने ही लाठियां वराइयां ने। यह इल्जाम जिहड़े ने राकेश टकैत दे वल्लों लगाए गए ने, इस सरकार की ही साजिश है। ये राकेश टकैत कहते हुए नजर आए ने बयान दिया था कि लाठियां ले लो, लाठी मजबूत कर लो, तो प्राइवेट गुंडे रखने लगे, चाहे वे फोर्स के लोग हों प्राइवेट उसमें, और वो अब लाठी चार्ज का काम कर रहे हैं। तो हिसार में भी यही रहा कि उसको संवेदनशील जगह उसको चोट मारी, उसको ऑपरेशन हो रहा और उसके हालात ठीक नहीं है और बहुत लोगों को चोट लगी और उन्हीं के ऊपर मुकदमे दर्ज। भाई काला झंडा दिखाने का उन्होंने ये कह रखा कि काला झंडा हम दिखाएंगे। काले झंडे हमको भी जाते हैं, हमको भी दिखाते हैं रास्ते में। भाई पुलिस का काम है, उनको हटा दो, उनसे बातचीत करो। लेकिन जो प्राइवेट गुंडे अब आने शुरू हो गए, तो ये देश की जनता को समझ लेना चाहिए। अब ये देश पे पूर्ण रूप से एक किस्म से यहां पे पूरे देश पे कब्जा कर लिया उन्होंने। एक सिस्टम से पूरे सिस्टम पर कब्जा कर लिया। सो किसानों के खिलाफ साजिश जिहड़ी है रची जा रही है। राकेश टकैत साफ तौर पर कहते हुए नजर आए ने और प्राइवेट गुंडियां का जिक्र किया, उसनूं ना दिता कि जिहड़ियां लाठियां वराईयां गईयां सी वो प्राइवेट गुंडे वराए ने ते नाल ही कई तरह के होर सख्त इल्जाम लाए ने कि पूरे देश से कब्जा किया गया है। और दस दईए कि अज भी नारनौल दे विच धरना जारी है तो राकेश टकैत पहुंचणगे, जो जानकारी सामने आई है। यानी कि बीते दिन जो हालात बने तो तस्वीर बनी, उस तो बाद मामला अजे तक ठंडा नहीं होया, अगे वाधा जा रहा है। तो किसानों के खिलाफ जोड़े परचे दर्ज किए गए सी, मांग की जा रही है कि उन्होंने रद्द किया जाए। ਤੇ ਉਧਰ ਗੱਲ ਕਰਾਂਗੇ ਪਰਾਲੀ ਦੇ ਅਹਿਮ ਮੁੱਦੇ ਦੀ। ਨਹੀਂ ਰੁਕ ਰਿਹਾ ਪਰਾਲੀ ਸਾੜਨ ਦਾ ਸਿਲਸਿਲਾ। ਅੰਮ੍ਰਿਤਸਰ ਦੇ ਵਿੱਚ ਕਿਸਾਨਾਂ ਨੇ ਪਰਾਲੀ ਸਾੜੀ। ਸਰਕਾਰ ਪਰਾਲੀ ਦਾ ਹੱਲ ਕਰੇ, ਕਿਸਾਨ ਮੰਗ ਕਰ ਰਹੇ ਨੇ। ਮਜਬੂਰੀ ਦੇ ਵਿੱਚ ਵੱਧ ਚਰਚਾ ਦੇ ਵਿੱਚ ਇਸ ਕਰਕੇ ਹੈ ਕਿਉਂਕਿ ਕਿਸਾਨ ਪਰਾਲੀ ਨੂੰ ਅੱਗ ਲਾਉਂਦੇ ਨੇ ਔਰ ਦਿੱਲੀ ਦੀ ਸਰਕਾਰ ਵੀ ਇਹ ਗੱਲ ਕਹਿ ਚੁੱਕੀ ਹੈ ਕਿ ਉਸ ਦਾ ਅਸਰ ਜਿਹੜਾ ਉਹ ਦਿੱਲੀ ਤੱਕ ਪਹੁੰਚਦਾ ਹੈ ਤਾਂ ਵਾਤਾਵਰਣ ਨੂੰ ਕਿਤੇ ਨਾ ਕਿਤੇ ਕਿਸਾਨ ਜੋ ਨੇ ਉਹ ਦੂਸ਼ਿਤ ਕਰਦੇ ਨੇ। ਇਹ ਵੀ ਗੱਲਾਂ ਕਹੀਆਂ ਗਈਆਂ ਕਿ ਸੈਟੇਲਾਈਟ ਦੇ ਥਰੂ ਕਿਸਾਨ ਜਿਹੜੇ ਪਰਾਲੀ ਨੂੰ ਅੱਗ ਲਾਉਣਗੇ ਉਹਨਾਂ ਦੇ ਖਿਲਾਫ ਕਾਰਵਾਈ ਵੀ ਹੋਏਗੀ ਔਰ ਜਿਹੜੇ ਕਿਸਾਨ ਨਹੀਂ ਅੱਗ ਲਾਉਂਦੇ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਜਾਏਗਾ। ਤਾਂ ਕਿਸਾਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਔਰ ਕਿਸਾਨ ਆਗੂ ਵੀ ਸਾਡੇ ਨਾਲ ਮੌਜੂਦ ਨੇ, ਗੁਰਬਚਨ ਸਿੰਘ ਚੱਬਾ। ਤਾਂ ਉਹਨਾਂ ਤੋਂ ਜਾਣਦੇ ਹਾਂ ਕਿ ਆਖਿਰਕਾਰ ਕਿਸਾਨ ਦੇ ਕੋਲ ਕੋਈ ਹੋਰ ਇਹਦਾ ਬਦਲ ਕਿਉਂ ਨਹੀਂ ਹੈ। ਕਿ ਕਿਸਾਨ ਵਾਤਾਵਰਣ ਨੂੰ ਪਿਆਰ ਨਹੀਂ ਕਰਦਾ ਜਾਂ ਕਿਸਾਨ ਨੂੰ ਜਾਣਕਾਰੀ ਦੇ ਵਿੱਚ ਕਿਤੇ ਕਮੀ ਹੈ ਜਾਂ ਸਰਕਾਰ ਦੇ ਨਾਲ ਤਾਲਮੇਲ ਦੇ ਵਿੱਚ ਕਿਤੇ ਨਾ ਕਿਤੇ ਕੋਈ ਕਮੀ ਨਜ਼ਰ ਆ ਰਹੀ ਹੈ। ਵੇਖੋ ਜੀ, ਜਿਹੜੀ ਪਰਾਲੀ ਜਲਾਉਣ ਦੀ ਗੱਲ ਕੀਤੀ ਆ, ਕਿਸਾਨ ਨੂੰ ਵਾਤਾਵਰਣ ਨਾਲ ਵੀ ਪ੍ਰੇਮ ਆ ਤੇ ਪਰਾਲੀ ਜਲਾਉਣਾ ਵੀ ਨਹੀਂ ਚਾਹੁੰਦਾ ਤੇ ਸਾਰਾ ਕੁਝ ਹੈਗਾ। ਜੇ ਕਿਤੇ ਕਮੀ ਹੈਗੀ ਆ ਤੇ ਸਾਡੀਆਂ ਸਰਕਾਰਾਂ ਦੇ ਵਿੱਚ ਆ, ਕਿਉਂਕਿ ਉਹ ਚਾਹੁੰਦੀਆਂ ਹੀ ਨਹੀਂ ਕਿ ਅਸਲ ਦੇ ਵਿੱਚ ਵੀ ਸਾਡਾ ਵਾਤਾਵਰਨ ਜਿਹੜਾ ਸਹੀ ਹੋਵੇ ਜਾਂ ਕਿਸਾਨ ਜਿਹੜਾ ਵਾ ਉਹ ਸਹੀ ਤਰੀਕੇ ਨਾਲ ਜਿਹੜਾ ਵਾ ਉਹਦਾ ਖੇਤ ਵਿਹਲਾ ਹੋ ਜੇ। ਕਿਉਂਕਿ ਅੱਜ ਜਿਸ ਤਰ੍ਹਾਂ ਵਾਤਾਵਰਨ ਹੋਇਆ ਵਾ ਇਹ ਕਿਸਾਨ ਦੇ ਸਿਰ ਤੇ ਮੜਿਆ ਜਾਂਦਾ। ਤੁਸੀਂ ਦਿੱਲੀ ਦੀ ਜਿਹੜੀ ਆ ਹਵਾ ਦੀ ਗੁਣਵੱਤਾ ਜਿਹੜੀ ਆ ਪਿਛਲੇ ਦਿਨਾਂ 'ਚ ਚੈੱਕ ਕਰ ਲਓ, ਜੋ ਪਰਾਲੀ ਨਹੀਂ ਜਲਾਈ ਤਦ ਉਹਦੀ ਇੰਨੀ ਪੋਲਿਊਸ਼ਨ ਸੀ ਹਵਾ ਦੇ ਵਿੱਚ ਕਿ ਉਹ ਕਿਸਾਨਾਂ ਨੇ ਕਰ ਦਿੱਤਾ। ਰਾਹ ਦੇ ਵਿੱਚ ਕਿਤੇ ਧੂੰਆਂ ਨਹੀਂ ਰੁਕਦਾ, ਦਿੱਲੀ ਜਾ ਕੇ ਰੁਕਦਾ। ਜੇ